वाला कोई ना कोई सहारा चाहिए सी, इस करके सरना भरावां दा सहारा लिया जा रहा। देखो मेरी बेनती है कि भावें कालका साहब होण ते भावें सिरसा साहब होण, ये अकाली दल दे ही पले सीगे और ਜਿਹੜੇ ਕਹਿੰਦੇ ਆ ਕਿ ਅਸੀਂ ਜਿੱਤ ਕੇ ਆਏ ਸੰਗਤ ਤੋਂ, ਸੰਗਤ ਦੇ ਨਾਲ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਹੀ ਜਿੱਤ ਕੇ ਆਏ ਸੀ। ਤੇ ਜੇ ਮੰਨ ਲਓ ਤੁਹਾਨੂੰ ਲੱਗਦਾ ਕਿ ਸੰਗਤ ਦੇ ਨਾਂ ਤੇ ਜਿੱਤ ਕੇ ਆਏ ਆ ਤੇ ਮੈਂ ਕਾਲਕਾ ਸਾਹਿਬ ਨੂੰ ਚੈਲੰਜ ਦਿੰਨਾ, ਆਪਾਂ ਦੁਬਾਰੇ ਚੋਣਾਂ ਕਰਾ ਲਈਏ ਤਾਂ ਕਿ ਪਤਾ ਲੱਗ ਜਾਏ ਕਿ ਸੰਗਤ ਕਿਹਨੂੰ ਕਿੰਨਾ ਕੁ ਪਿਆਰ ਕਰਦੀ ਹੈ। ਇਸ ਕਰਕੇ ਧੋਖੇ ਦਾ ਸ਼ਿਕਾਰ ਪਾਰਟੀ ਨੂੰ ਹੋਣਾ ਪਿਆ ਔਰ ਧੋਖਾ ਕਰਕੇ ਇਹ ਸਾਰੇ, ਤੇ ਮੈਨੂੰ ਲੱਗਦਾ ਜਿੰਨਾ ਕਿ ਸਰਨਾ ਸਾਹਿਬ ਨਾਲ ਇਹਨਾਂ ਨੂੰ ਸਮਝੌਤਾ ਕਰਨ ਦੀ ਗੱਲ ਕਰਦੇ ਆ ਨਾ, ਸਿਰਸਾ ਸਾਹਿਬ ਨਾਲ ਤਾਂ ਉਦੋਂ ਵੀ ਇਹਨਾਂ ਦੇ ਲਈ ਬੜਾ ਇੱਕ ਤਰ੍ਹਾਂ ਨਾਲ ਜ਼ਹਿਰ ਖਾਨ ਦੇ ਬਰਾਬਰ ਸੀ ਜੋ ਹਾਲਾਤ ਪਿਛਲੇ ਰਹੇ ਆ। ਤੇ ਇਸ ਕਰਕੇ ਇਹਨਾਂ ਨੂੰ ਉਸ ਵੇਲੇ ਪਤਾ ਨਹੀਂ ਕੀ ਖਿਚੜੀ ਪੱਕੀ ਕਿ ਉਧਰਲਾ ਜ਼ਿਆਦਾ ਚੰਗਾ ਲੱਗਿਆ, ਇਧਰਲਾ ਨਾ ਚੰਗਾ ਲੱਗਿਆ। ਚੱਲ ਕਰੋ, ਮੈਂ ਇਹਨਾਂ ਦਾ ਫੈਸਲਾ ਇਹਨਾਂ ਦੇ ਆਪ ਦੇ ਸਿਰ ਮੱਥੇ ਆ। ਸੰਗਤ ਦਿੱਲੀ ਦੀ ਆਉਣ ਵਾਲੇ ਸਮੇਂ ਦੇ ਵਿੱਚ ਆਪੇ ਫੈਸਲਾ ਕਰ ਲੇਗੀ ਕੀ ਕਰਨਾ ਕੀ ਨਹੀਂ ਕਰਨਾ। ਪਰ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਜਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਜਾਰੀ ਕੀਤੀਆਂ ਟਿਕਟਾਂ ਤੇ ਸਾਰੇ ਜਿੱਤ ਕੇ ਆਏ ਸੀ ਜਿਹੜੇ ਧੋਖਾ ਦੇ ਕੇ ਭੱਜੇ ਨੇ। ਮੇਰਾ ਸਵਾਲ ਪੁੱਛਣ ਦਾ ਮਤਲਬ ਇਹ ਹੈ ਕਿ ਪਿਛਲੇ ਸਮੇਂ 'ਚ ਮਨਜੀਤ ਜੀਕੇ ਰਹੇ ਹੋਣ, ਮਨਜਿੰਦਰ ਸਿਰਸਾ ਰਹੇ ਹੋਣ ਜਾਂ ਕਾਲਕਾ ਸਾਹਿਬ ਰਹੇ ਹੋਣ, ਅਵਤਾਰ ਸਿੰਘ ਹਿੱਤ ਜਿਨ੍ਹਾਂ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ, ਸੋ ਅਕਾਲੀ ਦਲ ਦੇ ਚਿਹਰੇ ਇਹ ਰਹੇ ਨੇ। ਸੋ ਅੱਜ ਇੱਕ ਅਕਾਲੀ ਦਲ ਦੇ ਕੋਲ ਕੋਈ ਚਿਹਰਾ ਨਹੀਂ ਰਿਹਾ ਕਿ ਇਸ ਕਰਕੇ ਸਰਨਾ ਸਾਹਿਬ ਕੋਲੇ ਜਾਣਾ ਪਿਆ ਅਕਾਲੀ ਦਲ ਨੂੰ। ਚਲੋ ਇਹਨੂੰ ਵੱਡੇ ਲੀਡਰ ਨੇ ਜੇ ਆਏ ਨੇ ਤੇ ਕੁਦਰਤੀ ਗੱਲ ਉਹਨੂੰ ਚਿਹਰਾ ਤਾਂ ਵੱਡਾ ਹੀ ਬਣਦਾ ਹੁੰਦਾ, ਇਹਦੇ 'ਚ ਕੋਈ ਦੋ ਰਾਹ ਨਹੀਂ ਹੈ। ਮੇਰੀ ਇੱਕ ਬੇਨਤੀ ਹੈ ਕਿ ਜਿਸ ਤਰ੍ਹਾਂ ਕਹਿ ਰਹੇ ਸੀ ਪਰਿਵਾਰ ਬਾਰ-ਬਾਰ ਕਾਲਕਾ ਜੀ ਨੇ ਕਹੀ ਹੈ ਇੱਕ ਗੱਲ, 102 ਸਾਲ ਪੁਰਾਣੀ ਪਾਰਟੀ ਦੇ ਪ੍ਰਧਾਨ ਨੇ ਉਹ, ਤੁਹਾਡੇ ਵਾਂਗੂ ਘਰੇ ਬਣਾਈ ਪਾਰਟੀ ਦੇ ਨਹੀਂ, ਉਹ ਵੀ ਪਿੱਛੋਂ ਬੈਕਅਪ ਕਿਸੇ ਹੋਰ ਦੀ ਹੋਵੇ। ਇਸ ਕਰਕੇ ਮੇਰੀ ਬੇਨਤੀ ਹੈ ਸ਼ਬਦਾਂ ਦੀ ਮਰਜ਼ਾਦਾ ਰੱਖੋ। ਜੇ ਅੱਜ ਸਰਨਾ ਸਾਹਿਬ 23 ਸਾਲਾਂ ਬਾਅਦ ਨਾਲ ਬੈਠੇ ਨੇ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਤਾਰੀਫਾਂ ਕਰਦੇ ਨੇ ਤੇ ਕਿ 4 ਦਿਨਾਂ ਨੂੰ ਹੋ ਸਕਦਾ ਤੁਹਾਨੂੰ ਵੀ ਕਰਨੀਆਂ ਪੈ ਜਾਣ। ਇਸ ਕਰਕੇ ਸ਼ਬਦ ਉਹ ਰੱਖੋ ਜਿਹੜੇ ਮੂੰਹ 'ਚ ਪੈ ਸਕਣ, ਉਹ ਜਿਹੇ ਸ਼ਬਦ ਨਾ ਰੱਖੋ ਕਿ ਦੁਬਾਰਾ ਮੂੰਹ 'ਚ ਨਾ ਪੈਣ। ਕਾਲਕਾ ਜੀ ਹੱਸ ਰਹੇ ਹੈ, ਕਾਲਕਾ ਜੀ ਸਥਾਈ ਤੇ ਕੁਝ ਵੀ ਨਹੀਂ ਹੁੰਦਾ ਸਿਆਸਤ 'ਚ, ਜਿਵੇਂ ਮੈਂ ਪਹਿਲਾਂ ਕਿਹਾ ਕੀ ਪਤਾ ਕੱਲ ਨੂੰ ਫੇਰ ਇਕੱਠੇ ਹੋਣਾ ਪਏ। ਕਹਿ ਰਹੇ ਹੋ ਬਰਾੜ ਸਾਹਿਬ ਬੜੇ ਅਗਰੈਸਿਵ ਹੋ ਰਹੇ ਨੇ। ਪਹਿਲੀ ਗੱਲ ਤੇ ਦੱਸੋ, ਨਾ ਹੀ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕੋਈ ਗਲਤ ਕੀਤੀ, ਬਾਦਲ ਸਾਹਿਬ ਕਰਕੇ ਗੱਲ ਕਰਦੇ ਆ ਤੇ ਨਾ ਹੀ ਬਰਾੜ ਸਾਹਿਬ ਤੋਂ ਘੱਟ ਗੱਲ ਕੀਤੀ ਹੈ। ਹੁਣ ਜੇ ਸਰਨਾ ਸਾਹਿਬ ਦੇ ਬਾਰੇ ਵੀ ਅਪਸ਼ਬਦੀ ਇਹ ਨਹੀਂ ਸੁਣ ਸਕਦੇ, ਜਿਹੜੇ ਬੰਦਿਆਂ ਦਾ ਪਿਛੋਕੜ ਹੀ ਇਹ ਰਿਹਾ, ਜਿਹੜੇ ਬੰਦਿਆਂ ਨੇ ਹਮੇਸ਼ਾ ਕੌਮ ਨੂੰ ਵਰਤਿਆ, ਹਰ ਲੀਡਰ ਨੂੰ ਉਹਨਾਂ ਨੇ ਵਰਤਿਆ, ਇਹ ਦੱਸ ਦਿਓ ਬਰਾੜ ਸਾਹਿਬ ਆ ਕੇ ਦਿੱਲੀ ਦੀਆਂ ਸਟੇਜਾਂ ਤੇ ਕਹਿੰਦੇ ਸੀ ਕਿ ਨਹੀਂ ਕਹਿੰਦੇ ਸੀ ਕਿ ਇਹ ਦੋ ਸੰਗਰਾਦਾ ਬਣਾਉਣ ਵਾਲਾ, ਅਕਾਲ ਤਖਤ ਦਾ ਦੋਖੀ ਬੰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀਆਂ ਤੋਂ ਮੁਕਰਨ ਵਾਲਾ ਬੰਦਾ, ਇਹ ਗੱਲਾਂ ਇਹ ਅਕਾਲੀ ਦਲ ਕਰਦਾ ਸੀ ਕਿ ਨਹੀਂ ਕਰਦਾ ਸੀ? ਅੱਜ ਸਰਨਾ ਸਾਹਿਬ ਬਾਰੇ ਵੀ ਇਹਨਾਂ ਨੂੰ ਗੱਲ ਸੁਣਨ ਨੂੰ ਨਹੀਂ ਹੋ ਰਹੀ ਤੇ ਮੈਨੂੰ ਬੜੀ ਹੈਰਾਨੀ ਹੋ ਰਹੀ ਹੈ ਕਿ ਇਹਨਾਂ ਨੂੰ, ਹੁਣ ਮੈਂ ਵੀ ਕਹਿ ਸਕਦਾ ਕਿ ਚਾਬੀ ਕਿੱਥੋਂ ਭਰੀ ਹੈ ਕੀ ਨਹੀਂ, ਬਟ ਮੇਰੇ ਵੱਡੇ ਭਰਾ ਨੇ, ਮੈਂ ਇਸ ਕਰਕੇ ਇਹਨਾਂ ਦੇ ਖਿਲਾਫ ਕੋਈ ਗੱਲ ਨਹੀਂ ਕਰਨੀ। ਮਗਰ ਇਹ ਗੱਲ ਆਪਾਂ ਵੀ ਦੇਖਣਾ ਚਾਹੀਦਾ ਕਿ ਜਿਹਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਉਹ ਵੀ ਕਿਧਰੇ ਨਾ ਕਿਧਰੇ ਤੁਹਾਡੀ ਰਿਸਪੈਕਟ ਨੂੰ ਕਿਧਰੇ ਠੇਸ ਨਹੀਂ ਆਉਣ ਦਿੰਦਾ। ਮਗਰ ਤੁਸੀਂ ਜਿਸ ਤਰੀਕੇ ਨਾਲ ਹੁਣ ਗੱਲ ਕੀਤੀ ਹੈ ਇੰਨੇ ਐਗਰੈਸਿਵ ਹੋ ਕੇ, ਇਹ ਚੰਗਾ ਨਹੀਂ ਲੱਗਦਾ ਬਰਾੜ ਸਾਹਿਬ, ਕਿਉਂਕਿ ਆਪਾਂ ਸਾਰੇ ਇਕੱਠੇ ਰਹੇ ਆ ਔਰ ਕਿਹਨਾਂ ਹਾਲਾਤਾਂ 'ਚ ਇਹ ਕੰਮ ਹੋਇਆ ਸੀ ਤੁਹਾਨੂੰ ਵੀ ਪਤਾ ਹੈ ਔਰ ਕਿਉਂ ਕੀਤਾ ਗਿਆ ਉਸ ਵਕਤ ਵੀ ਕਿਹਦੇ ਕਹਿਣ ਤੇ ਹੋਇਆ ਸੀ। ਮੈਂ ਉਹਨਾਂ ਵੱਡੇ ਲੀਡਰਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਇੱਕ ਡਿਬੇਟ ਹੋਰ ਫਿਰ ਸ਼ੁਰੂ ਹੋ ਜਾਏਗੀ ਔਰ ਆਪਾਂ ਇੱਕ ਦੂਜੇ ਦੇ ਬਰਾੜ ਸਾਹਿਬ ਦੀ ਸ਼ਬਦਾਵਲੀ 'ਚੋਂ ਚੋਟ ਲੱਗੀ ਬੋਲਦੀ ਹੈ ਜੀ। ਮੈਂ ਬਰਾੜ ਸਾਹਿਬ ਦੀ ਸ਼ਬਦਾਵਲੀ 'ਚੋਂ ਇਹ ਲੱਗਦਾ ਵੀ ਸ਼ਾਇਦ ਚੋਟ ਵੱਡੀ ਲੱਗੀ ਹੈ, ਡੂੰਗੀ ਸੱਟ ਵੱਜੀ ਜਿਹਨੂੰ ਕਹਿੰਦੇ ਪੰਜਾਬੀ 'ਚ। ਗੱਲ ਇਹ ਨਹੀਂ ਹੈ ਜੀ, ਗੱਲ ਇਹ ਵੇ ਕਿ ਬਰਾੜ ਸਾਹਿਬ ਨੂੰ ਇਹ ਕਦੀ ਉਮੀਦ ਨਹੀਂ ਸੀ ਕਿ ਹਰਮੀਤ ਸਿੰਘ ਇਹਨਾਂ ਦੇ ਸਾਹਮਣੇ ਬੈਠ ਕੇ ਡਿਬੇਟ ਕਰੇਗਾ, ਕਿਉਂਕਿ ਮੈਂ ਇਹਨਾਂ ਦਾ ਸਤਿਕਾਰ ਬਹੁਤ ਕਰਦਾ, ਇਸ ਕਰਕੇ ਹੋ ਸਕਦਾ ਚੋਟ ਲੱਗੀ। ਚਲੋ ਸਭ ਕੁਝ ਪੋਸੀਬਲ ਹੁੰਦਾ ਸਿਆਸਤ ਦੇ ਵਿੱਚ, ਅਸੀਂ ਤੇ ਬਾਰ-ਬਾਰ ਇਹ ਗੱਲ ਕਰਦੇ। ਮੈਂ ਜਵਾਬ ਦੇਣਾ ਚਾਹੂੰਗਾ। ਜੀ ਬਰਾੜ ਸਾਹਿਬ, ਕਾਲਕਾ ਸਾਹਿਬ ਨੇ ਕਹੀ ਹੈ ਕਿ ਸਰਨਾ ਸਾਹਿਬ ਨੂੰ ਦੋ ਜਿਹੜੇ ਗੁਰਪੁਰਬ ਮਨਾਉਣ ਦੇ ਦੋਸ਼ੀ ਕਰਾਰ ਦਿੰਦੇ ਸੀ ਜਾਂ ਹੋਰ ਗੱਲਾਂ ਤੇ ਕਰਾਰ ਦਿੰਦੇ ਸੀ। ਅਗਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਗਿਆ ਤੇ ਨੀਤੀਆਂ ਅਕਾਲ ਤਖਤ ਸਾਹਿਬ ਦੀਆਂ ਨੂੰ ਮੰਨਦੇ ਆ ਤੇ ਫਿਰ ਤੇ ਕੋਈ ਪ੍ਰੋਬਲਮ ਨਹੀਂ ਹੋਣੀ। ਜੇ ਕੋਈ ਦੋ ਮਨਾਊਗਾ ਅੱਜ ਵੀ, ਜੇ ਤੁਸੀਂ ਵੀ ਲਹਿਦੀ ਉਂਗਲ ਖੜੀ ਕਰੋਗੇ ਜਾਂ ਲਹਿਦਾ ਕੁਝ ਖੜਾ ਕਰੋਗੇ ਤਾਂ ਤੁਹਾਡੇ ਖਿਲਾਫ ਵੀ ਬੋਲਾਂਗੇ। ਬਰਾੜ ਸਾਹਿਬ ਹੋਰ ਕਰੂਗਾ ਤੁਹਾਡੇ ਖਿਲਾਫ ਵੀ ਬੋਲਾਂਗੇ। ਇਸ ਕਰਕੇ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਹੈ, ਇਹ ਮੁੱਦਾ ਦਿੱਲੀ ਦੀ ਗੱਲ ਪੂਰੀ ਹੋ ਲੈਂਦਾ। ਦਿੱਲੀ ਸਾਹਿਬ ਇੱਕ ਮਿੰਟ ਗੱਲ ਪੂਰੀ ਹੋ ਲੈਂਦੀ। ਇਹ ਮੁੱਦਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਚੱਲੇਗਾ, ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਖਿਲਾਫ ਚੱਲੇਗਾ ਤੇ ਕੁਦਰਤੀ ਗੱਲ ਅਸੀਂ ਉਹਨਾਂ ਦੇ ਖਿਲਾਫ ਬੋਲਾਂਗੇ। ਜੇ ਉਹ ਉਸ ਚੀਜ਼ ਸਰਨਾ ਸਾਹਿਬ ਕੋਲ ਕਲੈਰਿਟੀ ਲੈ ਲਈ ਗਈ ਹੈ ਕਿ ਕਿਹੜੇ ਕੈਲੰਡਰ ਨੂੰ ਮੰਨਣਗੇ, ਨਾਨਕਸ਼ਾਹੀ ਨੂੰ ਮੰਨਣਗੇ ਜਾਂ ਸੰਬੰਧ ਨੂੰ ਮੰਨਣਗੇ। ਇਹ ਮੈਨੂੰ ਦੱਸ ਦਿਓ, ਜਿਹੜਾ ਬੰਦਾ ਹਰਿਆਣਾ ਕਮੇਟੀ ਅੱਜ ਤੁਸੀਂ ਧਰਨੇ ਕੱਢ ਰਹੇ ਹੋ, ਸ਼੍ਰੋਮਣੀ ਕਮੇਟੀ ਧਰਨੇ ਕੱਢ ਰਹੀ ਹੈ,
ਕਿ ਚਲੋ ਉਹਨਾਂ ਨੂੰ ਸ਼੍ਰੋਮਣੀ ਬੋਲ ਲੈਣ ਕਮੇਟੀ ਦਿਓ, ਨੂੰ ਫਾੜਿਆ ਜਾ ਰਿਹਾ ਤੁਹਾਡੇ ਕੋਲ ਹਰਿਆਣਾ ਹੈ ਉਹਨਾਂ ਦਾ ਤਾਂ ਸਵਾਲ ਆ ਗਿਆ ਨਾ ਕਿ ਸਰਨਾ ਬਰਾੜ ਚਲੋ ਸਾਹਿਬ, ਬੋਲ ਲੈਣ ਦਿਓ। ਅੱਜ ਤੁਸੀਂ ਧਰਨੇ ਕੱਢ ਰਹੇ ਹੋ ਕਿ ਹਰਿਆਣਾ ਕਮੇਟੀ ਦਾ ਫਾੜ ਹੋ ਗਿਆ, ਤੁਸੀਂ ਸੁਪਰੀਮ ਕੋਰਟ ਦੇ, ਤੁਸੀਂ ਕਿਹਾ ਤੁਹਾਨੂੰ ਪਤਾ ਨਹੀਂ ਕਿ ਸਰਨਾ ਸਾਹਿਬ ਦਾ ਅੱਜ ਕਲੀਅਰ ਸਟੈਂਡ ਹੈ ਕਿ ਹਰਿਆਣਾ ਕਮੇਟੀ ਜਿਸ ਵਕਤ ਬਣਾਈ ਸੀ ਤੇ ਸਰਨਾ ਸਾਹਿਬ ਦਾ ਵੱਡਾ ਰੋਲ ਸੀ। ਇਹ ਅੱਜ ਉਹਨਾਂ ਨੇ ਕਲੈਰਿਟੀ ਦੇਤੀ ਕਿ ਮੈਂ ਹਰਿਆਣਾ ਕਮੇਟੀ ਦੇ ਹੱਕ 'ਚ ਆ ਜਾਂ ਉਹਦੇ ਅਗੇਂਸਟ ਹੈਗਾ। ਸੋ ਕਿਧਰੇ ਨਾ ਕਿਧਰੇ ਇਹ ਗੱਲਾਂ ਦਾ ਜਵਾਬ ਸੰਗਤ ਮੰਗਦੀ ਹੈ। ਜਵਾਬ ਲੈ ਲਈਏ, ਇਹ ਨਹੀਂ ਕਹਿੰਦੀ ਕਿ ਜਵਾਬ ਲੈ ਅੱਜ ਲਈਏ। ਮੇਰਾ ਦਿਲ ਪਕੌੜੇ ਖਾਣ ਦਾ, ਕਿ ਮੈਂ ਪਕੌੜੇ ਖਾਣੇ ਤੇ ਕੱਲ ਮੇਰਾ ਦਿਲ ਚੌਮਿਨ ਖਾਂਦਾ ਤੇ ਮੈਂ ਚੌਮਿਨ ਖਾਵਾਂਗਾ। ਇਹ ਪੰਥ ਦੀ ਜ਼ਿੰਮੇਵਾਰੀ ਹੈ, ਪੰਥ ਨੂੰ ਜਵਾਬ ਦੇਣਾ ਪਏਗਾ। ਬੇਨਤੀ ਸੁਣ ਲਓ, ਤੁਸੀਂ ਉਹਨਾਂ ਕੋਲੋਂ ਹੀ ਆਏ ਹੋ, ਕੋਈ ਨਹੀਂ, ਬੇਨਤੀ ਸੁਣ ਲਓ। ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਨਹੀਂ ਮੰਨੇਗਾ, ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰੇਗਾ, ਉਹ ਸਾਡਾ ਹਿੱਸਾ ਨਹੀਂ ਹੋਏਗਾ। ਇਹ ਮੈਂ ਪਹਿਲਾਂ ਹੀ ਸਪਸ਼ਟ ਕਰ ਦਿਆਂ। ਇੱਕ ਗੱਲ, ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਸਾਜ਼ਿਸ਼ ਕੋਈ ਵੀ ਕਰੇਗਾ। ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਿਆ। ਬੋਲੀ ਜਾਂਦੇ ਆਪਾਂ ਲੋਕਾਂ ਦੀ ਗੱਲ ਤੇ ਚਲੀ ਜਾਣ ਦਿਓ। ਦੁਬਾਰੇ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਕੋਈ ਵੀ ਕੋਸ਼ਿਸ਼ ਕਰੇਗਾ, ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨਹੀਂ ਹੋਏਗਾ। ਮੈਂ ਤੁਹਾਨੂੰ ਪਹਿਲਾਂ ਸਪਸ਼ਟ ਕਰ ਦਿੰਦਾ। ਔਰ ਹਰਿਆਣੇ ਦੇ ਵਿੱਚ ਮੈਂ ਬੇਨਤੀ ਕਰਦਿਆਂ, ਹਰਿਆਣੇ ਦੇ ਬਾਕੀ ਗੁਰਦੁਆਰੇ ਨੇ, ਕੁੱਲ 7 ਗੁਰਦੁਆਰੇ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਸਾਂਭ ਸੰਭਾਲ ਹੈ। ਗੱਲ ਉੱਥੇ ਨਾ ਗੋਲਕ ਦੀ ਹੈ ਤੇ ਨਾ ਹਰਿਆਣੇ ਵਾਲੇ ਨਾਲ ਭਰਾਵਾਂ ਨਾਲ ਕੋਈ ਲੜਾਈ ਹੈ। ਗੱਲ ਹੈਗੀ ਕਿ ਕੇਂਦਰ ਦੇ ਐਕਟ ਨੂੰ ਇੱਕ ਵਿਧਾਨ ਸਭਾ ਕਿਵੇਂ ਤੋੜ ਸਕਦੀ ਹੈ। ਜੇ ਵਿਧਾਨ ਸਭਾ ਤੋੜ ਸਕਦੀ ਹੈ ਤੇ ਸਾਡਾ SYL ਦਾ ਮਤਾ ਪਾਇਆ ਜਿਹੜੀ ਕੇਂਦਰ ਹੈ ਉਹ ਕਿਉਂ ਨਹੀਂ ਮੰਨਦੀ? ਜਾਂ ਪੰਜਾਬੀ ਬੋਲਦੇ ਇਲਾਕੇ ਅਸੀਂ ਮੰਗ ਕੇ ਮਤਾ ਪਾਇਆ ਸੀ, ਉਹ ਕਿਉਂ ਨਹੀਂ ਬੋਲਦੇ? ਚੰਡੀਗੜ੍ਹ ਅਸੀਂ ਪੰਜਾਬ ਚ ਮਰਜ ਕਰਨ ਦੀ ਗੱਲ ਕੀਤੀ ਹੈ, ਉਹ ਕਿਉਂ ਨਹੀਂ ਮੰਨਦੀ? ਕੋਰਟ ਨੇ ਕੀਤਾ ਹੈ ਜੋ ਵੀ ਫੈਸਲਾ, ਜਮਾ ਫੈਸਲਾ ਚੈਲੰਜ ਕੀਤਾ ਜਾ ਸਕਦਾ। ਕੋਰਟ ਨੇ ਕੀਤਾ, ਹਰਿਆਣੇ ਦੀ ਸਰਕਾਰ, ਪੰਜਾਬ ਦੀ ਸਰਕਾਰ ਤੇ ਉਹਨਾਂ ਨੇ ਦੇਸ਼ ਦੀ ਸਰਵਉੱਚ ਅਦਾਲਤ ਹੈ। ਚਲੋ ਕਿਸੇ ਅਦਾਲਤਾਂ ਚ ਸਰਕਾਰਾਂ ਹੀ ਸਟੈਂਡ ਗਲਤ ਲੈਂਦੀਆਂ। ਜੀ ਸਰਬਜੀਤ ਜੀ ਕਹਿ ਸਕਦੇ ਹੋ ਆਪਣੀ ਗੱਲ। ਸਰਬਜੀਤ ਜੀ ਕੁਝ ਕਹਿਣਾ ਚਾਹੁੰਦੇ ਹੋ? ਕਾਲਕਾ ਸਾਹਿਬ ਪਲੀਜ਼ ਇੱਕ ਸੈਕਿੰਡ ਹੋਲਡ ਕਰਨਾ। ਇੱਕ ਸੈਕਿੰਡ ਕਾਲਕਾ ਸਾਹਿਬ, ਇੱਕ ਸੈਕਿੰਡ ਹੋਲਡ ਕਰਨਾ, ਇੱਕ ਸੈਕਿੰਡ। ਸਰਬਜੀਤ ਜੀ ਕੋਈ ਗੱਲ ਐਡ ਆਨ ਕਰਨੀ ਚਾਹ ਰਹੇ ਆ, ਫਿਰ ਮੈਂ ਤੁਹਾਡੇ ਕੋਲ ਆ ਰਿਹਾ। ਸਰਬਜੀਤ ਮੈਂ ਬੜੇ ਸਤਿਕਾਰ ਨਾਲ ਆਪਣੇ ਵੀਰ ਬਰਾੜ ਜੀ ਨੂੰ ਕਹਿਣਾ ਚਾਹੁੰਦਾ ਜੀ ਕਿ ਇਹ ਬੜਾ ਉੱਚੀ ਬੋਲ ਕੇ ਕਹਿ ਰਹੇ ਨੇ ਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨੇਗਾ ਉਹਨੂੰ ਅਸੀਂ ਮੂੰਹ ਨਹੀਂ ਲਾਵਾਂਗੇ। ਮੈਨੂੰ ਦੱਸਣ ਕਿ ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਿਆ? 100% ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ ਕੀਤੀ ਹੈ ਤੇ ਉਹ ਜਾ ਕੇ ਆਦੀ ਅਵਗਿਆ ਮਾਫ ਕਰਵਾ ਕੇ ਆਏ ਨੇ। ਤੁਸੀਂ ਯਾਦ ਕਰੋ ਕਿ ਕਿੰਨੇ ਕੈਂਡੀਡੇਟਾਂ ਨੇ ਜਿਨ੍ਹਾਂ ਨੇ ਅਵਗਿਆ ਕੀਤੀ ਸੀ, ਸਾਰੇ ਜਾ ਕੇ ਆਏ। ਮੈਨੂੰ ਹੀ ਗੱਲ ਕਰ ਲੈਂਦੇ ਹੋ ਹੁਣ, ਮੈਂ ਨਹੀਂ ਬੋਲਿਆ ਤੁਹਾਡੀ ਗੱਲ 'ਚ। ਜੀ ਸੁਖਬੀਰ ਸਿੰਘ ਬਾਦਲ ਜੀ ਵੀ ਸੌਦਾ ਸਾਧ ਕੋਲ ਗਏ ਵੋਟਾਂ, ਕੋਈ ਨਹੀਂ ਗਏ। ਜਿਸ ਦਿਨ ਦਾ ਹੁਕਮਨਾਮਾ ਕੋਈ ਨਹੀਂ ਗਏ। ਝੂਠ ਨਾ ਫੈਲਾਓ। ਆਹੀ ਆਦਤ ਸਾਧੂਵਾਦੀ ਹੈ ਤੇ ਉਹੀ ਉਹਦੀ ਟੀਮ ਦੀ ਹੈ। ਤੁਸੀਂ ਸਬੂਤ ਪੇਸ਼ ਕਰੋ। ਜੇ ਕਿਤੇ ਗਏ ਹੁਣ ਤੇ ਮੈਂ ਅਸੀਂ ਕਹਿੰਦੇ ਕਿ ਅਸੀਂ ਆਪ ਇਹਨਾਂ ਨੇ ਮਾਫੀ ਮੰਗਵਾ ਕੇ ਉਸ ਤੋਂ ਬਾਅਦ ਗਏ ਹੁਣ। ਹੋਰ ਦੱਸੋ ਦਾ ਕਿੰਨਾ ਪੈਸਾ ਜਾਇਆ ਕੀਤਾ? ਨਾ ਬੋਲੋ, ਮੈਂ ਝੂਠ ਬੋਲੀ ਜਾਣਾ ਯਾਰ। ਤੁਹਾਡਾ ਇੱਕੋ ਹੀ ਕੰਮ ਹੈ, ਕਾਂਗਰਸ ਦੁਆਰਾ ਬਣੀ ਕਮੇਟੀ ਤੇ RSS ਦੇ ਬੈਕਅਪ ਕਮੇਟੀ ਦਾ ਇੱਕੋ ਕੰਮ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਬਦਨਾਮ ਕਰਨਾ ਹੈ, SGPC ਕਿਵੇਂ ਕਮਜ਼ੋਰ ਕਰਨਾ ਹੈ। ਤੁਹਾਡਾ ਇਸ ਤੋਂ ਬਾਅਦ ਏਜੰਡਾ ਕੋਈ ਨਹੀਂ ਹੈ। ਸਿੱਖਾਂ ਦੀ ਸੇਵਾ ਕਰਨੀ ਹੈ, 10,000 ਗੁਰਦੁਆਰੇ ਹੋਣਗੇ ਹਰਿਆਣੇ ਦੇ ਵਿੱਚ। ਤੁਸੀਂ ਕਰ ਲਓ ਪ੍ਰਬੰਧ ਚੰਗੇ। ਸਾਨੂੰ ਕੌਣ ਕਹਿੰਦਾ ਇਸ ਗੱਲ ਨੂੰ? ਬੇਨਤੀ ਕਰਦਾ ਜੀ ਕਿ 1925 ਦਾ ਐਕਟ ਜਿਹੜਾ ਗਲਤ ਗੱਲ ਨਾ ਕਰੋ। ਚਲੋ ਐਕਟ ਤੇ ਆਪਾਂ ਗੱਲ ਕਰ ਸਕਦੇ ਹੋ। ਸੈਂਟਰ ਦਾ ਐਕਟ ਨਹੀਂ ਹੈ ਵੀਰ ਜੀ। ਇਹਨਾਂ ਦੇ ਵਕੀਲਾਂ ਨੇ, ਮੈਂ ਉੱਥੇ ਹੀ ਸੀ ਸੁਪਰੀਮ ਕੋਰਟ 'ਚ ਜਿਸ ਵੇਲੇ ਬਹਿਸ ਹੋ ਰਹੀ ਸੀ ਜੀ, ਇਹਨਾਂ ਦੇ ਵਕੀਲਾਂ ਨੇ ਮੰਨਿਆ ਕਿ ਇਹ ਸਟੇਟ ਐਕਟ ਹੈ, ਸੈਂਟਰ ਐਕਟ ਨਹੀਂ ਹੈ। ਇਹਨਾਂ ਦੇ ਵਕੀਲਾਂ ਨੇ ਮੰਨਿਆ, ਪੜ੍ਹ ਲੈਣ ਉਹਨਾਂ ਦੀ ਜੋ ਉਹਨਾਂ ਨੇ ਉੱਥੇ ਲਿਖਤੀ ਦਿੱਤਾ ਹੈ। ਫਿਰ ਇੱਥੇ ਗੱਲ ਕਰਨ ਕਿ ਇਹ ਸੈਂਟਰ ਦਾ ਐਕਟ ਹੈ। 1925 ਦੇ ਵਿੱਚ ਪੈਪਸੂ ਸੀ, ਉਸ ਲਈ ਸਟੇਟ ਐਕਟ ਬਣਿਆ ਸੀ ਇਹ, ਨਾ ਕਿ ਸੈਂਟਰ ਐਕਟ ਬਣਿਆ ਸੀਗਾ। ਇਹ ਸਾਰੀਆਂ ਚੀਜ਼ਾਂ ਉੱਥੇ ਸੁਪਰੀਮ ਕੋਰਟ ਦੇ ਵਿੱਚ ਹੋਈਆਂ ਨੇ। ਸੁਪਰੀਮ ਕੋਰਟ ਨੇ ਇਹਨਾਂ ਚੀਜ਼ਾਂ ਦਾ ਡਿਬੇਟ ਲੰਬੀ ਚਲੀ ਜਾਊਗੀ। ਮੇਰੇ ਵੀ ਸਵਾਲ ਸੀ। ਢਾਲੀ ਦੀ ਅਮੈਂਡਮੈਂਟ ਹੋਈ, ਕੇਂਦਰ ਨੇ ਕੀਤੀ। ਇਹ ਇਲੈਕਸ਼ਨ ਹੁੰਦੇ ਆ SGPC ਦੇ ਤੇ ਕੇਂਦਰ ਕਰਵਾਉਂਦਾ, ਮੈਂ ਵੋਟਾਂ ਬਣਵਾਉਂਦਾ, ਕੇਂਦਰ ਬਣਵਾਉਂਦਾ। ਚਲੋ ਫਿਰ ਆਪਾਂ ਬਰਾੜ ਸਾਹਿਬ ਡੀਰੇਲ ਹੋ ਜੂਗੀ। ਗਲਤ ਪਾਸੇ ਮੈਂ ਕੋਈ ਗੱਲ ਨਹੀਂ, ਤੁਸੀਂ ਇਹ ਟੈਕਨੀਕਲ ਇਸ਼ੂ ਹੈ। ਸਟੇਟ ਨੂੰ ਵਾਅਦੇ ਅਧਿਕਾਰਾਂ ਦੀ ਗੱਲ ਕੀਤੀ। ਦੇਖੋ ਕੋਰਟ ਦੇ ਵਿੱਚ ਸਭ ਕੁਝ ਡਿਸਕਸ ਹੋਇਆ ਜੀ। ਸੁਪਰੀਮ ਕੋਰਟ ਨੇ ਆਪਣਾ ਫੈਸਲਾ ਦਿੱਤਾ, ਉਸ ਤੇ ਤਾਂ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਸਿਆਸੀ ਬਿਆਨ ਹੈ, ਜਿੰਨੇ ਮਰਜ਼ੀ ਦੇ ਲਈਏ। ਕਾਲਕਾ ਸਾਹਿਬ, ਮੈਂ ਐਕਟ ਵਾਲੇ ਪਾਸੇ ਨਹੀਂ ਜਾਣਾ ਚਾਹੁੰਦਾ। ਮੈਂ ਸਿੰਪਲ ਤੁਹਾਡੇ ਤੋਂ ਬਿਲਕੁਲ ਮੈਂ ਬਰਾੜ ਸਾਹਿਬ ਦੀ ਗੱਲ ਤੇ ਆਂਦਾ ਜੀ। ਮੈਂ ਬਰਾੜ ਸਾਹਿਬ ਦੀ ਗੱਲ ਤੇ ਆਂਦਾ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ, ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਚੱਲੇਗਾ, ਅਕਾਲ ਸਾਹਿਬ ਦੀ ਮੰਨੇਗਾ। ਮੈਨੂੰ ਇੰਨੀ ਕਿ ਗੱਲ ਦੱਸ ਦੇਣ, ਜਦ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਹੁਕਮ ਕੀਤਾ ਸੀ PT ਚੈਨਲ ਦੇ ਬਾਰੇ, ਕਿਆ ਅੱਜ ਤੱਕ ਉਹਦਾ ਜਵਾਬ ਮਿਲਿਆ? ਅੱਜ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸੈਟੀਸਫਾਈ ਹੋ ਗਏ ਕਿ ਜਵਾਬ ਦੇ ਕੇ ਉਹਨਾਂ ਨੇ ਇਹਦਾ ਸਪਸ਼ਟੀਕਰਨ ਦੇਤਾ? ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਇਹਦੇ ਉੱਤੇ ਅਮਲ ਕਰਨਾ ਬਹੁਤ ਔਖਾ ਹੈ।
ਔਰ ਜਦ ਅਕਾਲੀ ਦਲ ਦੇ ਆਪ ਲੀਡਰਸ਼ਿਪ ਇਸ ਗੱਲ ਦੇ ਉੱਤੇ ਨਹੀਂ ਮੰਨੇਗੀ ਤਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਢੇਰੀ ਹੁੰਦੀ ਰਹੀ ਹੈ, ਹੁੰਦੀ ਰਹੇਗੀ। ਇਹੀ ਲੜਾਈ ਅਸੀਂ ਸ਼ੁਰੂ ਤੋਂ ਲੜਦੇ ਆਏ ਆ ਕਿ ਅਕਾਲ ਤਖਤ ਨੂੰ ਮਹਾਨ ਬਣਾਉਣਾ ਹੈ ਔਰ ਅਕਾਲ ਤਖਤ ਦੇ ਝੰਡੇ ਥੱਲੇ ਸਾਰੇ ਆਓ। ਤੁਸੀਂ ਕਹੋ ਜੀ ਕਿ ਦੋ ਪਰਿਵਾਰ ਅੱਜ ਇਕੱਠੇ ਹੋ ਕੇ ਕਹਿਣਗੇ ਬਈ ਅਸੀਂ ਅੱਜ ਪੰਥਕ ਮੇਲ ਹੋ ਗਿਆ, ਇਹ ਪੰਥਕ ਮੇਲ ਦਾ ਨਾਮ ਨਹੀਂ ਦੇਣਾ ਚਾਹੀਦਾ ਇਹਨੂੰ। ਮੈਂ ਤੁਹਾਨੂੰ ਇੱਕ ਸਵਾਲ ਹੋਰ ਪੁੱਛਦਾ, ਮੈਂ ਇਕੱਠਾ ਦੇ ਦਿਓ। ਮੈਂ ਇੱਕ ਸਵਾਲ ਹੋਰ ਪੁੱਛਦਾ ਹਾਂ ਕਾਲਕਾ ਜੀ, ਮੈਂ ਇਹਦੇ ਚ ਹੋਰ ਚੀਜ਼ ਐਡ ਆਨ ਕਰ ਦਿੰਦਾ ਕਿ ਪਿਛਲੇ ਦਿਨੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਅੰਮ੍ਰਿਤਸਰ ਚ ਜਾ ਕੇ ਦਫ਼ਤਰ ਖੋਲਿਆ, ਧਰਮ ਪ੍ਰਚਾਰ ਦੀ ਕਵਾਇਦ ਸ਼ੁਰੂ ਕੀਤੀ, ਤਾਂ ਉਸ ਦੇ ਜਵਾਬ ਦੇ ਵਿੱਚ ਅੱਜ ਅਕਾਲੀ ਦਲ ਦੁਬਾਰਾ ਦਿੱਲੀ 'ਚ ਜਾ ਕੇ ਸਰਗਰਮ ਹੋ ਗਿਆ। ਭਾਵੇਂ ਜ਼ਰੀਆ ਜੋ ਵੀ ਬਣਿਆ ਜਾਂ ਸਰਨਾ ਭਰਾਵਾਂ ਨੂੰ ਨਾਲ ਜੋੜਿਆ ਗਿਆ, ਜਾਂ ਤੁਸੀਂ ਕਹਿ ਰਹੇ ਹੋ ਕਿ ਪਿਛਲੇ ਸਮੇਂ ਦੀ ਗੱਲਬਾਤ ਚੱਲ ਰਹੀ ਸੀ ਤੇ ਹੁਣ ਜਾ ਕੇ ਸਿਰੇ ਚੜ ਗਈ ਤੇ ਉਦੋਂ ਬਾਅਦ ਹੁਣ ਉਹਨਾਂ ਨੇ ਦਿੱਲੀ 'ਚ ਕਹਿਤਾ ਕਿ ਤੁਸੀਂ ਆਪਣਾ ਕੰਮ ਸ਼ੁਰੂ ਕਰੋ। ਕਿ ਐਸੇ ਤਰੀਕੇ ਦੀ ਕਸ਼ਮਕਸ਼ ਚੱਲਦੀ ਰਹੂਗੀ ਕਿ ਫਿਰ ਆਪਾਂ ਕਹਾਂਗੇ ਕਿ ਇਹ ਪੰਥ ਨਹੀਂ, ਇਹ ਪੰਥਕ ਗੱਲਾਂ ਨਹੀਂ ਕਰਦਾ, ਇਹ ਪੋਲੀਟੀਕਲ ਐਕਟੀਵਿਟੀਜ਼, ਮਤਲਬ ਫਿਰ ਤੇ ਇਸੇ ਤਰੀਕੇ ਨਾਲ ਇੱਕ ਨੇ ਸਵਾਲ ਦੂਜੇ ਤੇ ਚੱਕਤੇ, ਦੂਜੇ ਨੇ ਸਵਾਲ ਤੀਜੇ ਤੇ ਚੱਕਤੇ, ਮੁੜ ਕੇ ਧੜੇ ਬਦਲ ਗਏ, ਮੁੜ ਕੇ ਕਿਸੇ ਹੋਰ ਨਾਲ ਰਲ ਗਏ, ਫਿਰ ਨਵੀਆਂ ਯਾਰੀਆਂ ਦੋਸਤੀਆਂ ਹੋ ਗਈਆਂ ਤੇ ਇਸੇ ਤਰੀਕੇ ਨਾਲ ਇਹ ਸਿਆਸਤ ਅੱਗੇ ਵਧਦੀ ਰਹੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ, ਹੁਣ ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਉੱਥੇ ਦਫ਼ਤਰ ਖੋਲਿਆ ਉਹ ਧਰਮ ਪ੍ਰਚਾਰ ਲਈ ਖੋਲਿਆ, ਧਰਮ ਜਾਗਰੂਕਤਾ ਇੱਕ ਲਹਿਰ ਲਿਆਉਣ ਲਈ ਖੋਲਿਆ, ਔਰ ਇਹ ਨਹੀਂ ਕਿ ਇਕੱਲਾ ਅਸੀਂ ਆਪਣੇ ਵਸੇ ਖੋਲਿਆ। ਅਸੀਂ ਉਹਦੇ ਵਿੱਚ ਸਾਰਿਆਂ ਨੂੰ ਇਕੱਠਾ ਕਰਨ ਨੂੰ, ਅਸੀਂ ਜਾਗਰੂਕ ਕਰਨ ਦੀ ਗੱਲ ਕੀਤੀ ਕਿ ਉਹਦੇ ਵਿੱਚ ਅਸੀਂ ਟਕਸਾਲ ਵਾਲਿਆਂ ਨੂੰ ਵੀ ਇਨਵਾਈਟ ਕੀਤਾ, ਅਸੀਂ ਉਹਦੇ ਵਿੱਚ ਚੀਫ ਖਾਲਸਾ ਦੀਵਾਨ ਨੂੰ ਵੀ ਇਨਵਾਈਟ ਕੀਤਾ, ਉਹਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਵੀ ਇਨਵੋਲਵ ਕੀਤਾ, ਇਨਵਾਈਟ ਕੀਤਾ ਸੀ ਸਾਰਿਆਂ ਨੂੰ, ਔਰ ਸਾਰਿਆਂ ਚੋਂ ਸਾਰੇ ਆਏ ਵੀ। ਔਰ ਉਹਦੇ ਵਿੱਚ ਅਸੀਂ ਇੱਕੋ ਗੱਲ ਕੀਤੀ ਹੈ ਕਿ ਕੰਮ ਆਪਾਂ ਰਲ ਕੇ ਕਰੀਏ, ਗ੍ਰਾਸ ਰੂਟ ਪ੍ਰੋਬਲਮਸ ਲੱਭੀਏ ਕਿ ਕਿਉਂ ਸਾਡੀ ਕਮਿਊਨਿਟੀ ਕ੍ਰਿਸਚੀਅਨਿਟੀ ਵੱਲ ਵਧ ਰਹੀ ਹੈ। ਅੱਜ ਫਿਕਰ ਨਹੀਂ ਹੈ ਕਿ ਅੱਜ ਲੱਖਾਂ ਦੀ ਤਾਦਾਦ ਦੇ ਵਿੱਚ ਇਕੱਠ ਹੋਣੇ ਸ਼ੁਰੂ ਹੋ ਗਏ। ਬਈ ਅਕਾਲੀ ਦਲ ਦੀ ਪੋਲੀਟੀਕਲ ਕੰਪਲਸ਼ਨਸ ਹੋ ਸਕਦੀਆਂ ਨੇ, ਸ਼੍ਰੋਮਣੀ ਕਮੇਟੀ ਦੀ ਤੇ ਨਹੀਂ ਹੋਣੀ ਚਾਹੀਦੀਆਂ। ਇਹੀ ਗੱਲਾਂ ਜਾਗਰੂਕ ਕਰਨ ਵਾਸਤੇ ਗਿਆ। ਸਾਡਾ ਤੇ ਕੋਈ ਮੋਟਿਵ, ਸਾਡੇ 2 ਮਹੀਨਿਆਂ ਦੇ ਵਿੱਚ ਉੱਥੇ ਦੀ ਟੀਮ ਦਾ ਇੱਕ ਵੀ ਪੋਲੀਟੀਕਲ ਬਿਆਨ ਦਿਖਾ ਦਿਓ। ਅਸੀਂ ਪੋਲੀਟਿਕਸ ਕਰਨ ਤੇ ਗਏ ਨਹੀਂ, ਨਾ ਹੀ ਅਸੀਂ ਦਿੱਲੀ ਦੇ ਵਿੱਚ ਇਹ ਗੱਲ ਕਰ ਰਹੇ ਹਾਂ। ਇਹ ਜਿਹੜਾ ਹੁਣ ਇੱਥੇ ਪ੍ਰਧਾਨ ਬਣਾਉਣਾ, ਪਾਰਟੀ ਨੂੰ ਰਲਾਣਾ, ਇਹ ਕੋਈ ਨਵੀਂ ਗੱਲ ਨਹੀਂ ਹੈ, ਇਹ ਹੁੰਦੀਆਂ ਰਹਿੰਦੀਆਂ। ਜਦ ਸੀਟਾਂ ਖਾਲੀਆਂ ਹੁੰਦੀਆਂ ਤੇ ਬਾਦਲ ਸਾਹਿਬ ਨੇ ਵੀ ਇਹ ਕੰਮ ਕਰਨਾ ਹੀ ਸੀ। ਮੈਂ ਤੇ ਉਸ ਗੱਲ ਦੇ ਉੱਤੇ ਜਾ ਹੀ ਨਹੀਂ ਰਿਹਾ। ਗੱਲ ਦਾ ਇਹ ਵੇ ਕਿ ਜਿਸ ਤਰੀਕੇ ਨਾਲ ਸਰਨਾ ਸਾਹਿਬ ਨੇ ਆਪਣੀ ਕੋਠੀ ਦੇ ਵਿੱਚ ਇੱਕ ਮੇਲਾ ਬਣਾ ਕੇ ਜੀ ਅਸੀਂ ਪੰਥਕ ਮੇਲਾ ਲਾਇਆ ਇੱਥੇ, ਮੈਂ ਇਹੀ ਦੱਸ ਰਿਹਾ ਕਿ ਅਕਾਲੀ ਦਲ ਦੀ ਰਵਾਇਤਾਂ ਮੇਲਾ ਲਾਉਂਦੀਆਂ। ਤੁਹਾਨੂੰ ਨਾਮ ਤੇ ਇਤਰਾਜ਼ ਹੈ? ਤੁਹਾਨੂੰ ਨਾਮ ਤੇ ਇਤਰਾਜ਼ ਹੈ? ਨਹੀਂ, ਮੈਨੂੰ ਕੋਈ ਇਤਰਾਜ਼ ਨਹੀਂ। ਨਾਮ ਵੀ ਇਹਨਾਂ ਦਾ, ਕੀ ਇਕੱਠ ਵੀ ਇਹਨਾਂ ਦਾ, ਮਗਰ ਇਹ ਕਹਿਣ ਜੀ ਕਿ ਪੰਥਕ ਮੇਲ ਹੋਇਆ। ਅੱਜ ਪੰਥ ਇਕੱਲੇ ਇਹ ਦੋ ਨਹੀਂ ਨੇ। ਮੈਂ ਇਹੀ ਬਾਰ-ਬਾਰ ਕਹਿ ਰਿਹਾ, ਜਿਨ੍ਹਾਂ ਦੇ ਨਾਲ ਸਾਥ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ, ਕਿੰਨੇ ਨੇ ਤੁਹਾਡੇ ਹਿਸਾਬ ਨਾਲ? ਪੰਥ ਦੇ ਕਿੰਨੇ ਨੁਮਾਇੰਦੇ ਹੋ ਗਏ ਜਾਂ ਕਿੰਨੀਆਂ ਧਿਰਾਂ ਹੋ ਗਈਆਂ? ਦੇਖੋ, ਮੈਂ ਪੰਥ ਦੀ ਨੁਮਾਇੰਦਾ ਨਹੀਂ। ਜਿਹੜਾ ਬੰਦਾ ਪੰਥਕ ਸੋਚ ਰੱਖਦਾ ਉਹ ਸਾਰੇ ਪੰਥ ਹੈ। ਅੱਜ ਦਿੱਲੀ ਦਾ 200 ਬੰਦਾ ਬੁਲਾ ਕੇ ਕੋਠੀ ਦੇ ਵਿੱਚ ਤੁਸੀਂ ਕਹੋ ਜੀ ਮੈਂ ਪੂਰਾ ਪੰਥ ਇਕੱਠਾ ਕਰ ਲਿਆ, ਇਹ ਤੇ ਕੋਈ ਗੱਲ ਨਹੀਂ ਹੈ। ਤਾਂ ਨਾਮ ਦੇ ਉੱਤੇ ਗੱਲ ਆ ਰਹੀ ਹੈ। ਅਸੀਂ ਤੇ ਕਹਿ ਰਹੇ ਮੁਬਾਰਕ ਹੋਏ ਸਾਨੂੰ। ਇਹ ਵੀ ਕਲੀਅਰ ਜਵਾਬ ਦੇ ਦਿਓ, ਮੀਡੀਆ ਵਾਲੇ ਹੀ ਦੇ ਦਿਓ। ਮੈਂ ਹੁਣ ਜਵਾਬ ਮੀਡੀਆ ਵਾਲੇ ਹੀ ਦੇ ਦਿਓ। ਅੱਜ ਪਾਰਟੀ ਜਵਾਬ ਲੈ ਲਈਏ। ਚਲੋ ਸੁਣ ਲਓ ਜੀ। ਮੇਰੀ ਬੇਨਤੀ ਹੈ, ਪਹਿਲੀ ਗੱਲ ਇਹਨਾਂ ਨੇ ਪੀਟੀਸੀ ਦੀ ਗੱਲ ਠਾਈ ਹੈ, ਔਰ ਮੈਂ ਉਹਨਾਂ ਗੱਲਾਂ 'ਚ ਨਹੀਂ ਪੈਣਾ। ਤੁਸੀਂ ਨਾ ਜਾਓ, ਮੈਂ ਜਾਊਂਗਾ ਨਾ, ਮੈਂ ਜਾਊਂਗਾ। ਸਵਾਲ ਕੀਤਾ ਤੇ ਮੈਂ ਜਾਊਂਗਾ। 2023 ਤੱਕ ਪੀਟੀਸੀ ਕੋਲੇ ਜਿਹੜਾ ਹੈਗਾ ਉਹ ਅਗਲਾ ਜਿੱਥੋਂ ਤੱਕ ਦਾ ਵੀ ਸਮਾਂ ਸੀਗਾ ਉਹ ਹੈਗਾ, ਔਰ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਸਾਰੀ ਗੱਲ ਇਹ ਸਿਰੇ ਚੜ ਜਾਣੀ ਹੈ। ਪਹਿਲੀ ਗੱਲ ਤਾਂ ਇਹ ਬੇਨਤੀ ਕਰਦੇ ਆ। ਦੂਜੀ ਗੱਲ, ਪੰਥਕ ਰਵਾਇਤਾਂ ਜਿਹੜੀਆਂ ਕਹਿੰਦੇ ਅਕਾਲ ਤਖਤ ਸਾਹਿਬ ਦੀਆਂ ਵੱਡੀਆਂ, ਯਾਰ ਇੱਕ ਮਿੰਟ ਚੁੱਪ ਕਰ ਜਾਓ ਨਾ, ਸੁਣ ਲਓ। ਸੁਣ ਦੀ ਸਮਰੱਥਾ ਰੱਖੋ। ਮੈਂ ਬੜੇ ਆਰਾਮ ਨਾਲ ਵੱਡੇ ਗੱਲਾਂ ਔਰ ਮੈਨੂੰ ਸਾਰੀਆਂ ਅਸਲੀਅਤਾਂ ਦਾ ਪਤਾ ਹੈ। ਤੁਸੀਂ 2 ਪਰਿਵਾਰਾਂ ਨੂੰ ਪੰਥਕ ਦੱਸਦੇ, ਤੁਸੀਂ ਤਾਂ 2 ਬੰਦਿਆਂ ਨੇ ਪੰਥ ਵੇਚਤਾ ਸਾਰਾ। ਇਸ ਕਰਕੇ ਮੇਰੀ ਹੁਣ ਸੁਣ ਲਓ ਗੱਲ। ਲੱਖੀ ਸ਼ਾਹ ਵੰਜਾਰਾ ਜੀ ਦਾ ਦਿਹਾੜਾ ਮਲਾਇਆ ਤੁਸੀਂ, ਉੱਥੇ ਕਿਸ ਤਰ੍ਹਾਂ ਦੇ ਨਾਚ ਗਾਣੇ ਕਰਾਏ, ਕਿਸ ਤਰ੍ਹਾਂ ਦਾ ਤੰਬਾਕੂ ਸਾਰੇ ਜਵਾਬ ਹੈਗੇ। ਹੁਣ ਪੀਓ ਅਕਾਲ ਤਖਤ ਸਾਹਿਬ ਮਰਜ਼ਾਦਾ ਦੇ ਅੰਦਰ ਆਉਂਦੀਆਂ, ਇਸ ਕਰਕੇ ਇਹ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸ਼੍ਰੋਮਣੀ ਅਕਾਲੀ ਦਲ ਦੇ 102 ਸਾਲ ਦੇ ਪ੍ਰਧਾਨ ਨੇ, ਉਹ ਘਰੇ ਬਣਾਈ ਪਾਰਟੀ ਦੇ ਪ੍ਰਧਾਨ ਨਹੀਂ ਕਿਸੇ ਦੇ। ਸਾਂਝ ਕਰ ਰਹੇ ਹੋ, ਤੁਸੀਂ ਗੱਲ ਕੀ ਕਰਦੇ ਹੋ? ਤੁਸੀਂ ਦੂਜਿਆਂ ਦੇ ਇਲਜ਼ਾਮ ਲਾਓਗੇ, ਇਲਜ਼ਾਮ ਸੁਣਨ ਦੀ ਹਿੰਮਤ ਰੱਖੋ। ਹੁਕਮਤ ਨੂੰ ਤੁਸੀਂ ਬਰਾੜ ਸਾਹਿਬ ਸੁਣੋ, ਤੁਸੀਂ ਨਸ਼ੇ ਦੀ ਫੈਕਟਰੀ ਬੰਦ ਕਰਾਉਣ ਵਾਸਤੇ ਸੁਖਬੀਰ ਸਿੰਘ ਬਾਦਲ ਸਾਹਮਣੇ ਧਰਨੇ ਲਾਏ ਕਿ ਨਹੀਂ ਲਾਏ? ਉਹਨਾਂ ਨੇ ਤੁਹਾਨੂੰ ਨਸ਼ਿਆਂ ਦਾ ਵਪਾਰੀ ਕਿਹਾ ਕਿ ਨਹੀਂ? ਫੇਰ ਲਾਵਾਂਗੇ। ਜੇ ਕੋਈ ਗਲਤ ਹੋਊਗਾ ਲਾਵਾਂਗੇ। ਮੇਰੀ ਇੱਕ ਗੱਲ ਸੁਣ ਲਓ, ਪੰਜਾਬ ਦਾ ਜੇ ਕੋਈ ਮੁੱਦਾ ਹੋਊਗਾ ਜ਼ਰੂਰ ਲਾਵਾਂਗੇ। ਫਿਰ ਇਹ ਵੀ ਪੰਜਾਬ ਦੇ ਮੁੱਦੇ ਕਿਤੇ ਛੱਡ ਨਹੀਂ ਦੇਣੇ, ਇਸ ਗੱਲ ਨੂੰ ਛੱਡੋ। ਔਰ ਦੂਜੀ ਗੱਲ, ਤੇ ਤੁਸੀਂ ਸਾਡੇ ਸੋਲੇ ਗਾਉਂਦੇ ਸੀ, ਅੱਜ ਸਾਡੇ ਖਿਲਾਫ ਬੋਲੀ ਜਾਂਦੇ ਹੋ।
ਇਹ ਤਾਂ ਸਿਆਸਤ ਦੇ ਵਿੱਚ ਹੀ ਹੈ ਜਿਹੜੀ ਇੱਕ ਸੈਕਿੰਡ ਬਰਾੜ ਸਾਹਿਬ ਬੀਜੇਪੀ ਦਾ ਬੈਕਅਪ ਮਿਲ ਗਿਆ। ਦੇਖੋ ਇੱਕ ਚੀਜ਼ ਸਾਹਿਬ ਨੂੰ 24 ਘੰਟੇ ਤੁਸੀਂ ਕਿਸ ਤਰ੍ਹਾਂ ਬੋਲਦੇ ਹੋ? ਇੱਕ ਚੀਜ਼ ਦਾ ਤਾਂ ਗਵਾਹ ਮੈਂ ਵੀ ਹਾਂ, ਸਿਆਸੀ ਗੁਰੂ ਬਣ ਗਏ ਤੁਹਾਡੇ। ਇੱਕ ਚੀਜ਼ ਦਾ ਤਾਂ ਬਰਾੜ ਸਾਹਿਬ ਗਵਾਹ ਮੈਂ ਵੀ ਹਾਂ ਵੀ ਪਰਮਜੀਤ ਸਰਨਾ ਹੋਰ, ਕਿਉਂਕਿ ਸਿਆਸਤ ਦੇ ਵਿੱਚ ਤਲਖੀਆਂ ਬਹੁਤ ਦੇਖੀ ਹੈ। ਬਤੌਰ ਜਰਨਲਿਸਟ ਅਸੀਂ ਕਵਰ ਕਰਦੇ ਹਾਂ, ਬਹੁਤ ਵਾਰੀ ਵੱਡੇ ਬਾਦਲ ਸਾਹਿਬ ਦੇ ਬਿਆਨ ਲਏ ਹੈ, ਸੁਖਬੀਰ ਜੀ ਹੋਰਾਂ ਦੇ ਬਿਆਨ ਲਏ ਹੈ, ਸਰਨਾ ਸਾਹਿਬ ਦੇ ਬਿਆਨ ਲਏ ਹੈ। ਸਾਡਾ ਕੰਮ ਹੈ ਹਰ ਬੰਦੇ ਤੱਕ ਅਪਰੋਚ ਕਰਨਾ ਔਰ ਉਸ ਦਾ ਪ੍ਰਤੀਕਰਮ ਲੈਣਾ। ਪਰ ਜਿੰਨੀ ਕੁੜੱਤਨ ਮੈਂ ਬਤੌਰ ਜਰਨਲਿਸਟ ਇਹ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਕਿ ਜਿੰਨੀ ਕੁੜੱਤਨ ਮੈਂ ਪਿਛਲੇ ਸਮੇਂ ਦੇ ਵਿੱਚ ਬਤੌਰ ਜਰਨਲਿਸਟ ਉਦੋਂ ਕਵਰੇਜ ਕਰਦੇ ਹੋਏ ਵੱਡੇ ਬਾਦਲ ਸਾਹਿਬ ਜਾਂ ਸੁਖਬੀਰ ਸਿੰਘ ਬਾਦਲ ਜਾਂ ਸਰਨਾ ਭਰਾਵਾਂ ਦੇ ਵਿਚਕਾਰ ਦੇਖੀ ਹੈ, ਉਹ ਸ਼ਾਇਦ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਪਿਛਲੇ ਸਮੇਂ ਦੇ ਵਿੱਚ। ਤੁਸੀਂ ਮੰਨੋਗੇ ਇਸ ਗੱਲ ਨੂੰ ਕਿ ਕੁੜੱਤਨ ਰਹੀ ਹੈ। ਚਲੋ ਅੱਜ ਇਕੱਠੇ ਹੋ ਗਏ, ਮੇਲ ਹੋ ਗਿਆ, ਚੰਗੀ ਗੱਲ ਹੈ। ਕੱਲ ਨੂੰ ਅਗਲੇ ਹਰ ਇੱਕ ਪਾਰਟੀ ਦੀ ਆਪਣੀ ਸਟ੍ਰੈਟਜੀ ਹੁੰਦੀ ਹੈ ਔਰ ਆਪਣੀ ਸਟ੍ਰੈਟਜੀ ਦੇ ਨਾਲ ਪਾਰਟੀ ਅੱਗੇ ਵੱਧਦੀ